ਭਾਰਤ ਦੇ ਵਿੱਚ ਕੁਝ ਅਜਿਹੀ ਬਿਰਤੀ ਦੇ ਵੀ ਲੋਕ ਨੇ ਜੋ ਔਰਤ ਨੂੰ ਅਜਿਹਾ ਸਤਿਕਾਰ ਨਹੀਂ ਦਿੰਦੇ ਜਾਂ ਕਹਿ ਲਈਏ ਕਿ ਉਹਨਾਂ ਨੂੰ ਇਹ ਸਤਿਕਾਰ ਦੇਣਾ ਹਜਮ ਹੀ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀਆਂ ਰਵਾਇਤਾਂ ਦੇ ਅਨੁਸਾਰ ਤਾਂ ਔਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਹੈ। ਇੱਕ ਔਰਤ ਦੇ ਨਾਲ ਬੜਾ ਬੁਰਾ ਬਿਹੇਵ ਕੀਤਾ ਗਿਆ, ਬੜਾ ਬੁਰਾ ਵਰਤਾਰਾ ਕੀਤਾ ਗਿਆ। ਤਾਂ ਬੀਬੀ ਰਾਜ ਕੌਰ ਜੀ ਗਿੱਲ ਸਾਡੇ ਨਾਲ ਨੇ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਨਾਲ ਡਟੇ ਹੋਏ ਨੇ। ਉਹ ਵੀਰ ਨੇ ਜਿਹੜੇ ਪਹਿਲੇ ਨੇ ਦਿਖਾਇਆ ਚੱਕ ਲਿਆ, ਫਿਰ ਪੁਲਿਸ ਨੇ ਮਤਲਬ ਸਾਰੇ ਮੁੰਡੇ ਹੀ ਚੱਕ ਲਏ ਮੇਰੇ ਨਾਲ ਦੇ, ਤੇ ਮੈਨੂੰ ਕੱਲੀ ਦੇਖ ਕੇ ਬੀਜੇਪੀ ਦੇ ਗੁੰਡਿਆਂ ਨੇ ਮੈਨੂੰ ਘੇਰ ਲਿਆ। ਜਿਹੜਾ ਅਨੁਰਾਗਦੀਪ, ਨਿਤਿਨ ਗਿੱਲ ਤੇ ਰਾਮਵੀਰ ਭੱਟੀ, ਸਭ ਤੋਂ ਪਹਿਲਾਂ ਅਰੁਣਦੀਪ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ। ਉਹ ਸਰਦਾਰ ਸੀ, ਉਹ ਇਹ ਵੀ ਗੱਲ ਕਹੀ ਕਿ ਵੀਰੇ ਸਰਦਾਰ ਹੋ ਕੇ ਆ ਨਾ ਕਰ, ਠੀਕ ਹੈ, ਪਰ ਉਹ ਨਹੀਂ ਹਟਿਆ। ਉਦੋਂ ਬਾਅਦ ਰਾਮਵੀਰ ਭੱਟੀ ਮੈਨੂੰ ਗਲਤ ਬੋਲਣ ਲੱਗ ਗਿਆ, ਗਾਲਾਂ ਕੱਢੀਆਂ ਰਾਮਵੀਰ ਭੱਟੀ ਨੇ ਮੈਨੂੰ ਸ਼ਰੇਆਮ, ਮੇਰੇ ਦਾਦਿਆਂ ਦੀ ਉਮਰ ਦਾ, ਉਹਨੇ ਮੈਨੂੰ ਗਾਲਾਂ ਕੱਢੀਆਂ, ਬਹੁਤ ਅਪਸ਼ਬਦ ਬੋਲੇ ਉਸ ਬੰਦੇ ਨੇ। ਜਿਹੜਾ ਨਿਤਿਨ ਗਿੱਲ, ਉਹਨੇ ਪਿੱਛੋਂ ਮੈਨੂੰ ਫੜ ਕੇ ਬਾਲ ਤੇ ਮੇਰੀ ਸ਼ਰਟ ਖਿੱਚੀ, ਝੰਡਾ ਖਿੱਚ ਰਿਹਾ ਸੀ ਤੇ ਮੇਰੇ ਬਾਲਾਂ ਨੂੰ ਵੀ ਹੱਥ ਪੈ ਗਿਆ ਤੇ ਮੇਰੀ ਸ਼ਰਟ ਨੂੰ ਵੀ ਹੱਥ ਪਿਆ। ਮੈਨੂੰ ਲੱਗਦਾ ਕਿ ਬੜੀਆਂ ਹਰੀਆਂ ਭਰੀਆਂ ਵੇਲਾਂ ਲੱਗ ਰਹੀਆਂ ਨੇ ਉਹਨਾਂ ਦੀ ਬੀਜੇਪੀ ਸਰਕਾਰ ਦੇ ਬੇਟੀ ਬਚਾਓ ਮੁਹਿੰਮ ਨੂੰ, ਕਿ ਤੁਸੀਂ ਆਪਦੀਆਂ ਬੇਟੀਆਂ ਦੀ ਰਖਵਾਲੀ ਇਦਾਂ ਕਰਦੇ ਹੋ। ਮੈਨੂੰ ਬੀਜੇਪੀ ਸਰਕਾਰ ਜਵਾਬ ਦੇਵੇ। ਮੋਦੀ ਸਰਕਾਰ ਦੇ ਘਰੇ ਔਰਤ ਤਾਂ ਹੈ ਨਹੀਂ, ਪਰ ਮੋਦੀ ਦੀ ਮਾਂ ਤਾਂ ਹੈਗੀ ਆ, ਉਹਨਾਂ ਦੀ ਮਾਂ ਤਾਂ ਹੈਗੀ ਆ। ਰਾਮਵੀਰ ਜਿਨ੍ਹਾਂ ਨੇ ਮੈਨੂੰ ਅਪਸ਼ਬਦ ਬੋਲੇ, ਭਾਵੇਂ ਮੈਂ ਕੁਝ ਵੀ ਕਰ ਰਹੀ ਸੀ, ਜੇ ਉਹਨਾਂ ਦੇ ਘਰੇ ਉਹਨਾਂ ਦੀ ਪੋਤੀ ਕੋਈ ਕਰ ਰਹੀ ਹੈ ਕੁਝ ਵੀ, ਤਾਂ ਕਿ ਉਹ ਆਪਦੀ ਪੋਤੀ ਨੂੰ ਗਾਲਾਂ ਦਿੰਦੇ ਆ, ਆਪਦੀ ਧੀ ਨੂੰ ਗਾਲਾਂ ਦਿੰਦੇ ਆ। ਇੱਕ ਦੁੱਖ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਘੇਰਿਆ ਨਾ, ਕੱਲੀ ਕੁੜੀ ਨੂੰ, ਚੰਡੀਗੜ੍ਹ ਪ੍ਰਸ਼ਾਸਨ ਦੇ ਪੁਲਿਸ ਵਾਲੇ ਖੜੇ ਦੇਖ ਰਹੇ ਆ। ਇੱਕ ਆਮ ਨਾਗਰਿਕ ਤਾਂ ਉਹ ਇਹ ਦੇਖਦਾ ਕਿ ਯਾਰ ਮੁੰਡੇ ਕੁੜੀ ਨੂੰ ਘੇਰੀ ਖੜੇ ਆ ਬੰਦੇ, ਅਸੀਂ ਕੁੜੀ ਨੂੰ ਬਚਾਈਏ। ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੱਲ ਇਸ ਚੀਜ਼ ਦਾ ਗੁਨਾਹਗਾਰ ਆ ਜੋ ਮੇਰੇ ਨਾਲ ਹੋਇਆ। ਤਾਂ ਕਿਸੇ ਪਾਰਟੀ ਵੱਲੋਂ ਤੁਹਾਨੂੰ ਮਿਲਿਆ ਗਿਆ ਤੁਹਾਡੇ ਨਾਲ, ਉਹਨਾਂ ਨੇ ਆ ਕੇ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਨਾਲ ਜੋ ਹੋਇਆ ਬਿਲਕੁਲ ਗਲਤ ਹੋਇਆ, ਇਨਸਾਫ ਦਿਵਾਇਆ ਜਾਊ। ਮੈਂ ਰਾਜਨੀਤਿਕ ਪਾਰਟੀਆਂ ਤੋਂ ਕੋਈ ਉਮੀਦ ਨਹੀਂ ਰੱਖਦੀ, ਕਿਉਂਕਿ ਮੇਰਾ ਕੋਈ ਬੈਕਗ੍ਰਾਉਂਡ ਰਾਜਨੀਤਿਕ ਨਹੀਂ ਆ। ਮੈਨੂੰ ਕਿਸੇ ਦੀ ਇਦਾਂ ਦੇ ਲੋਕਾਂ ਦੀ ਸਪੋਰਟ ਦੀ ਜ਼ਰੂਰਤ ਨਹੀਂ ਜਿਹੜੇ ਕਹਿਣੀ ਤੇ ਕਰਨੀ 'ਚ ਫਰਕ ਰੱਖਦੇ ਆ। ਇਸ ਚੀਜ਼ ਤੋਂ ਉੱਪਰ ਉੱਠ ਕੇ ਕਿ ਰਾਜਨੀਤਿਕ ਪਾਰਟੀ ਛੱਡੋ, ਇੱਕ ਔਰਤ ਨਾਲ ਗਲਤ ਹੋਇਆ ਤਾਂ ਬਹੁਤ ਵਧੀਆ ਗੱਲ ਆ, ਬੋਲਣਾ ਚਾਹੀਦਾ ਸਭ ਨੂੰ, ਕਿਉਂਕਿ ਅੱਜ ਮੇਰੇ ਨਾਲ ਹੋਇਆ, ਕੱਲ ਨੂੰ ਉਹ ਕਿਸੇ ਹੋਰ ਨਾਲ ਵੀ ਹੋ ਸਕਦਾ। ਉਹਨਾਂ ਦੇ ਘਰੋਂ ਉਹਨਾਂ ਨੂੰ ਲਾਹਨਤਾਂ ਜ਼ਰੂਰ ਪਈਆਂ ਹੋਣਗੀਆਂ ਕਿ ਤੁਸੀਂ ਇੱਕ ਬੱਚੀ ਨੂੰ ਘੇਰ ਕੇ ਖੜ ਗਏ, ਕਿ ਉਹ ਇੱਕ ਕਾਲਾ ਝੰਡਾ ਹੀ ਦਿਖਾ ਰਹੀ ਸੀਗੀ। ਮੇਰੇ ਬੱਚੇ ਨੇ ਇਹ ਗੱਲ ਕਹੀ ਆ, ਮੇਰੇ ਬੇਟੇ ਨੇ ਮੈਨੂੰ ਘਰੇ ਗਈ ਨੂੰ ਇੱਕ ਗੱਲ ਕਹੀ ਕਿ ਮੰਮਾ ਜੀ, ਉਹਨਾਂ ਦੀ ਹਿੰਮਤ ਕਿਵੇਂ ਹੋ ਗਈ ਮੇਰੀ ਮਾਂ ਨੂੰ ਹੱਥ ਲਾਉਣ ਦੀ, ਮੇਰੀ ਮਾਂ ਨੇ ਕੀਤਾ ਕੀ ਸੀ। ਅਗਰ ਮੇਰੇ ਨਾਲ ਕੱਲ ਨੂੰ ਕੁਝ ਵੀ ਗਲਤ ਹੁੰਦਾ, ਕਿਸੇ ਵੀ ਤਰ੍ਹਾਂ ਦਾ ਰਸਤੇ 'ਚ ਜਾਂਦੀ ਦੇ, ਜਾਂ ਮੇਰੀ ਫੈਮਿਲੀ ਨਾਲ ਕੁਝ ਵੀ ਗਲਤ ਹੁੰਦਾ, ਤਾਂ ਉਹਦਾ ਜ਼ਿੰਮੇਵਾਰ ਚੰਡੀਗੜ੍ਹ ਪ੍ਰਸ਼ਾਸਨ ਤੇ ਬੀਜੇਪੀ ਸਰਕਾਰ ਦੇ ਨੁਮਾਇੰਦੇ ਹੋਣਗੇ। ਅਕੋਰਡਿੰਗਲੀ ਜਿਹੜੇ ਸ਼ਾਂਤਮਈ ਪ੍ਰਦਰਸ਼ਨ ਆ ਉਹ ਕਰ ਰਹੇ ਸੀ, ਤਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਈ, ਉਹਨਾਂ ਕੀ ਆਖਿਆ? ਸੰਯੁਕਤ ਮੋਰਚੇ ਦੇ ਸਾਰੇ ਆਗੂਆਂ ਨਾਲ ਗੱਲ ਹੋਈ ਆ, ਤਾਂ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਪੁੱਤ, ਉਹਨਾਂ ਨੇ ਰਾਜ ਗਿੱਲ ਨੂੰ ਹੱਥ ਨਹੀਂ ਪਾਇਆ, ਉਹਨਾਂ ਨੇ ਇੱਕ ਪੰਜਾਬ, ਹਰਿਆਣੇ, ਚੰਡੀਗੜ੍ਹ ਦੀ ਧੀ ਨੂੰ ਹੱਥ ਪਾਇਆ। KTV ਚੈਨਲ ਨਾਲ ਬਣੇ ਹੋਏ ਹੋ, ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਗੁਰਬਾਣੀ ਦੀ ਇੱਕ ਪਵਿੱਤਰ ਤੁਕ ਆ ਕਿ ਸੋ ਕਿਉ ਮੰਦਾ ਆਖੀ ਹੈ ਜੇ ਜੰਮੇ ਰਾਜਾਨ। ਗੁਰਬਾਣੀ ਔਰਤਾਂ ਨੂੰ ਬੜਾ ਪਵਿੱਤਰ ਦਰਜਾ ਦਿੰਦੀ ਹੈ। ਜਿਹੜਾ ਸਤਿਕਾਰ ਦੁਨੀਆ ਉੱਤੇ ਕਿਤੇ ਨਹੀਂ ਮਿਲਿਆ, ਉਹ ਬਾਬੇ ਨਾਨਕ ਦੀ ਗੁਰਬਾਣੀ ਨੇ ਦਿੱਤਾ। ਪਰ ਭਾਰਤ ਦੇ ਵਿੱਚ ਕੁਝ ਅਜਿਹੀ ਬਿਰਤੀ ਦੇ ਵੀ ਲੋਕ ਨੇ ਜੋ ਔਰਤ ਨੂੰ ਅਜਿਹਾ ਸਤਿਕਾਰ ਨਹੀਂ ਦਿੰਦੇ ਜਾਂ ਕਹਿ ਲਈਏ ਕਿ ਉਹਨਾਂ ਨੂੰ ਇਹ ਸਤਿਕਾਰ ਦੇਣਾ ਹਜਮ ਹੀ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀਆਂ ਰਵਾਇਤਾਂ ਦੇ ਅਨੁਸਾਰ ਤਾਂ ਔਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਹੈ। ਕੱਲ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੀ ਸ਼ਰਮਨਾਕ ਘਟਨਾ ਘਟਦੀ ਹੈ ਜਿਸ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ। ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੁਆਰਾ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਜਦੋਂ ਦਾ ਕਿਸਾਨੀ ਅੰਦੋਲਨ ਚੱਲਿਆ। ਪਰ ਉਸ ਦੇ ਵਿੱਚ ਕੱਲ ਸੰਘ ਦੇ ਗੁੰਡਿਆਂ ਵੱਲੋਂ ਇੱਕ ਔਰਤ ਦੇ ਨਾਲ ਬੜਾ ਬੁਰਾ ਬਿਹੇਵ ਕੀਤਾ ਗਿਆ, ਬੜਾ ਬੁਰਾ ਵਰਤਾਰਾ ਕੀਤਾ ਗਿਆ। ਤਾਂ ਬੀਬੀ ਰਾਜ ਕੌਰ ਜੀ ਗਿੱਲ ਸਾਡੇ ਨਾਲ ਨੇ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਨਾਲ ਡਟੇ ਹੋਏ ਨੇ, ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਕੱਲ ਉਹਨਾਂ ਦੇ ਨਾਲ ਇਹ ਜਿਹੜੀ ਘਟਨਾ ਘਟੀ ਹੈ, ਉਹਦੇ ਬਾਬਤ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਸਵਾਗਤ ਹੈ KTV ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਜਿਹੜੀ ਕੱਲ ਘਟਨਾ ਘਟੀ ਹੈ,
ਤਾਂ ਉਸ ਵੇਲੇ ਤੁਸੀਂ ਉੱਥੇ ਕਿਵੇਂ ਪਹੁੰਚੇ? ਤਾਂ ਉਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਹ ਜਿਹਾ ਕਾਰਾ ਜਿਹੜਾ ਕੀਤਾ, ਕਾਰਾ ਹੀ ਕਿਹਾ ਜਾ ਸਕਦਾ ਹੈ, ਤਾਂ ਉਹ ਉੱਥੇ ਕਿਵੇਂ ਆਏ? ਉਹ ਘਟਨਾ ਬਾਰੇ ਥੋੜੀ ਜਾਣਕਾਰੀ ਲੈਣੀ ਚਾਹਾਂਗੇ। ਸਾਨੂੰ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਅਨੁਰਾਗ ਠਾਕੁਰ ਜੀ ਦੀ ਰੈਲੀ ਆ, ਤੇ ਅਸੀਂ ਜਿਵੇਂ ਸੰਯੁਕਤ ਮੋਰਚੇ ਦੀ ਕਾਲ ਆ ਕਿ ਕਾਲੇ ਝੰਡੇ ਦਿਖਾਉਣੇ ਆ, ਵਿਰੋਧ ਕਰਨਾ ਪੀਸਫੁਲੀ। ਤੇ ਅਸੀਂ ਮੇਰੇ ਕੋਲੇ ਕਾਲ ਗਈ, ਮੈਂ ਸਰਦਾਰ ਗੁਰਨਾਮ ਸਿੰਘ ਝਰੂਨੀ ਜੀ ਨੂੰ ਰੱਖੜੀ ਬੰਨਣ ਗਈ ਹੋਈ ਸੀ, ਤੇ ਮੈਂ ਪੌਣੇ 11:28 ਸੈਕਟਰ ਪਹੁੰਚੀ, ਤੇ ਉੱਥੇ ਮਤਲਬ ਪੁਲਿਸ ਵੀ ਨਹੀਂ ਸੀ ਕੋਈ ਜ਼ਿਆਦਾ ਲੱਗੀ ਹੋਈ, ਪਰ ਰੈਲੀ ਸੀਗੀ। ਅਸੀਂ ਜਦੋਂ ਉੱਥੇ ਪਹੁੰਚੇ, ਸਾਡੇ ਪੁਲਿਸ ਨੇ ਨਾ ਕਾਲੇ ਝੰਡੇ ਪਹਿਲਾਂ ਹੀ ਚੱਕ ਲਏ, ਪਾਰਕ ਦੇ ਵਿੱਚੋਂ ਅਸੀਂ ਰੱਖੇ ਹੋਏ ਸੀ, ਪੁਲਿਸ ਨੇ ਕਾਲੇ ਝੰਡੇ ਚੱਕ ਲਏ। ਸਾਡੇ ਕੋਲ ਇੱਕ ਕੱਪੜਾ ਹੀ ਸੀ ਬਲੈਕ, ਤੇ ਅਸੀਂ ਸਾਰਿਆਂ ਨੇ ਵੰਡ ਲਿਆ ਆਪਸ ਦੇ ਵਿੱਚ ਉਹ, ਤੇ ਅਸੀਂ ਕਾਲਾ ਝੰਡਾ ਦਿਖਾਇਆ। ਮੇਰੇ ਨਾਲ ਦੇ ਜਿਹੜੇ ਵੀਰ ਸੀਗੇ ਸਾਰੇ, ਉਹਨਾਂ ਨੂੰ ਪੁਲਿਸ ਨੇ ਚੱਕ ਲਿਆ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ, ਮਤਲਬ ਪਹਿਲਾਂ ਹੀ ਚੱਕ ਲਿਆ। ਜਦੋਂ ਅਨੁਰਾਗ ਠਾਕੁਰ ਦੀ ਰੈਲੀ ਦਾ ਉਹਨਾਂ ਨੇ ਵਿਰੋਧ ਕੀਤਾ, ਅਸੀਂ ਸਾਰੇ ਫੁੱਟਪਾਥ ਤੇ ਖੜੇ ਹੋਏ ਸੀਗੇ, ਜਿਵੇਂ ਇਹ ਫੁੱਟਪਾਥ ਹੈ ਇਦਾਂ ਸਾਰੇ ਖੜੇ ਹੋਏ ਸੀ ਵਿਰੋਧ ਦੇ ਲਈ, ਤੇ ਉਹਨਾਂ ਨੇ, ਉਹ ਵੀਰ ਨੇ ਜਿਹੜੇ ਪਹਿਲੇ ਨੇ ਦਿਖਾਇਆ ਚੱਕ ਲਿਆ। ਫਿਰ ਪੁਲਿਸ ਨੇ ਮਤਲਬ ਸਾਰੇ ਮੁੰਡੇ ਹੀ ਚੱਕ ਲਏ ਮੇਰੇ ਨਾਲ ਦੇ, ਤੇ ਮੈਨੂੰ ਕੱਲੀ ਦੇਖ ਕੇ ਬੀਜੇਪੀ ਦੇ ਗੁੰਡਿਆਂ ਨੇ ਮੈਨੂੰ ਘੇਰ ਲਿਆ। ਜਿਹੜਾ ਅਨੁਰਾਗਦੀਪ, ਨਿਤਿਨ ਗਿੱਲ ਤੇ ਰਾਮਵੀਰ ਭੱਟੀ, ਸਭ ਤੋਂ ਪਹਿਲਾਂ ਅਰੁਣਦੀਪ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ। ਉਹ ਸਰਦਾਰ ਸੀ, ਮੈਂ ਇੱਕ ਸਰਦਾਰ, ਮੈਂ ਵੀ ਸਰਦਾਰ ਖਾਨਦਾਨ ਦੀ ਧੀ ਹਾਂ, ਇੱਕ ਸਿੱਖ ਪਰਿਵਾਰ ਦੀ ਬੱਚੀ ਹਾਂ ਮੈਂ, ਮੇਰੇ ਸਿਰ ਤੇ ਦੁਪੱਟਾ ਸੀ। ਜਦੋਂ ਅਰੁਣਦੀਪ ਨੇ ਮੇਰੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਮੈਥੋਂ ਝੰਡਾ ਖੋਇਆ ਤੇ ਖੋਹਣ ਦੀ ਕੋਸ਼ਿਸ਼ ਕੀਤੀ, ਤੇ ਮੈਨੂੰ ਧੱਕਾ ਵੀ ਮਾਰਿਆ, ਮੇਰੇ ਸਿਰ ਤੋਂ ਦੁਪੱਟਾ ਵੀ ਲੱਥਾ। ਤੇ ਉਸ ਮੁੰਡੇ ਨੇ ਇੰਨੀ ਬਦਤਮੀਜ਼ੀ ਕੀਤੀ, ਮੈਂ ਉਹਨੂੰ ਅੱਗੋਂ ਇਹ ਵੀ ਗੱਲ ਕਹੀ ਕਿ ਵੀਰੇ ਸਰਦਾਰ ਹੋ ਕੇ ਆ ਨਾ ਕਰ, ਠੀਕ ਆ, ਪਰ ਉਹ ਨਹੀਂ ਹਟਿਆ। ਉਦੋਂ ਬਾਅਦ ਰਾਮਵੀਰ ਭੱਟੀ ਮੈਨੂੰ ਗਲਤ ਬੋਲਣ ਲੱਗ ਗਿਆ, ਗਾਲਾਂ ਕੱਢੀਆਂ ਰਾਮਵੀਰ ਭੱਟੀ ਨੇ ਮੈਨੂੰ ਸ਼ਰੇਆਮ। ਉਹ ਮੇਰੇ ਦਾਦਿਆਂ ਦੀ ਉਮਰ ਦਾ, ਉਹਨੇ ਮੈਨੂੰ ਗਾਲਾਂ ਕੱਢੀਆਂ, ਬਹੁਤ ਬਹੁਤ ਅਪਸ਼ਬਦ ਬੋਲੇ ਉਸ ਬੰਦੇ ਨੇ। ਲੋਕਾਂ ਦੀ ਪਛਾਣ ਹੋ ਚੁੱਕੀ ਹੈ। ਹਾਂਜੀ ਬਿਲਕੁਲ, ਇਹਨਾਂ ਦਾ ਬਾਏ ਨੇਮ ਅਸੀਂ ਕੰਪਲੇਂਟ ਦੇ ਕੇ ਆਏ ਹਾਂ ਐਸਐਸਪੀ ਸਾਹਿਬ ਨੂੰ। ਜਿਹੜਾ ਨਿਤਿਨ ਗਿੱਲ ਆ, ਉਹਨੇ ਪਿੱਛੋਂ ਮੈਨੂੰ ਫੜ ਕੇ ਬਾਲ ਤੇ ਮੇਰੀ ਸ਼ਰਟ ਖਿੱਚੀ, ਝੰਡਾ ਖਿੱਚ ਰਿਹਾ ਸੀ, ਤੇ ਮੇਰੇ ਬਾਲਾਂ ਨੂੰ ਵੀ ਹੱਥ ਪੈ ਗਿਆ, ਤੇ ਮੇਰੀ ਸ਼ਰਟ ਨੂੰ ਵੀ ਹੱਥ ਪਿਆ। ਮੈਂ ਡਿੱਗਣ ਲੱਗੀ ਹਾਂ, ਤੁਸੀਂ ਸਾਰੇ ਨੇ ਵੀਡੀਓ ਦੇ ਵਿੱਚ ਨੋਟਿਸ ਕੀਤਾ ਹੀ ਹੋਇਆ ਸਾਰਾ ਕੁਝ। ਮੈਨੂੰ ਐਂ ਲੱਗਦਾ ਕਿ ਮੋਦੀ ਸਰਕਾਰ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਨਾਰਾ ਦਿੱਤਾ ਸੀ ਇੱਕ, ਕਿ ਜਦੋਂ ਉਹਨਾਂ ਨੇ ਮੁਹਿੰਮ ਚਲਾਈ ਸੀ ਨਾ, ਤਾਂ ਸਾਨੂੰ ਖੁਸ਼ੀ ਸੀ ਕਿ ਸ਼ੁਕਰ ਔਰਤਾਂ ਦੇ ਹਿੱਤ 'ਚ ਕਿਸੇ ਸਰਕਾਰ ਨੇ ਇੱਕ ਮੁਹਿੰਮ ਚਲਾਈ ਆ। ਪਰ ਜਦੋਂ ਇੱਥੇ ਹੁਣ ਛੋਟੀਆਂ-ਛੋਟੀਆਂ ਬੱਚੀਆਂ ਨਾਲ ਬਲਾਤਕਾਰ ਹੋ ਰਿਹਾ, ਤੇ ਜਿਹੜੀ ਕੱਲ ਮੇਰੇ ਨਾਲ ਘਟਨਾ ਹੋਈ ਆ, ਮੈਨੂੰ ਇਹ ਲੱਗਦਾ ਕਿ ਬੜੀਆਂ ਹਰੀਆਂ ਭਰੀਆਂ ਵੇਲਾਂ ਲੱਗ ਰਹੀਆਂ ਨੇ ਉਹਨਾਂ ਦੀ ਬੀਜੇਪੀ ਸਰਕਾਰ ਦੇ ਬੇਟੀ ਬਚਾਓ ਮੁਹਿੰਮ ਨੂੰ, ਕਿ ਤੁਸੀਂ ਆਪਦੀਆਂ ਬੇਟੀਆਂ ਦੀ ਰਖਵਾਲੀ ਇਦਾਂ ਕਰਦੇ ਹੋ। ਮੈਨੂੰ ਬੀਜੇਪੀ ਸਰਕਾਰ ਜਵਾਬ ਦੇਵੇ। ਮੋਦੀ ਸਰਕਾਰ ਦੇ ਘਰੇ ਔਰਤ ਤਾਂ ਹੈ ਨਹੀਂ, ਪਰ ਮੋਦੀ ਦੀ ਮਾਂ ਤਾਂ ਹੈਗੀ ਆ ਨਾ, ਉਹਨਾਂ ਦੀ ਮਾਂ ਤਾਂ ਹੈਗੀ ਆ। ਕੀ ਅਮਿਤ ਸ਼ਾਹ ਦੇ ਘਰੇ ਮਾਵਾਂ ਜਾਂ ਭੈਣਾਂ ਜਾਂ ਧੀਆਂ ਨਹੀਂ ਗੀਆਂ? ਕਿ ਰਾਮਵੀਰ ਜਿਨ੍ਹਾਂ ਨੇ ਮੈਨੂੰ ਅਪਸ਼ਬਦ ਬੋਲੇ, ਭਾਵੇਂ ਮੈਂ ਕੁਝ ਵੀ ਕਰ ਰਹੀ ਸੀ, ਜੇ ਉਹਨਾਂ ਦੇ ਘਰੇ ਉਹਨਾਂ ਦੀ ਪੋਤੀ ਕੋਈ ਕਰ ਰਹੀ ਹੈ ਕੁਝ ਵੀ, ਤਾਂ ਕੀ ਉਹ ਆਪਦੀ ਪੋਤੀ ਨੂੰ ਗਾਲਾਂ ਦਿੰਦੇ ਆ, ਆਪਦੀ ਧੀ ਨੂੰ ਗਾਲਾਂ ਦਿੰਦੇ ਆ? ਗਾਲਾਂ ਕੱਢੀਆਂ ਗਈਆਂ ਉਹਨਾਂ ਤੋਂ? ਹਾਂ, ਉਹਨਾਂ ਨੇ ਮੈਨੂੰ ਗਾਲਾਂ ਕੱਢੀਆਂ, ਮੈਂ ਉਹ ਬੋਲ ਨਹੀਂ ਸਕਦੀ, ਉਹ ਵਿੱਚ ਲਿਖੀਆਂ ਹੋਈਆਂ ਨੇ ਜਿਹੜੀ ਉਹਨਾਂ ਨੇ ਮੈਨੂੰ ਗਾਲ ਕੱਢੀ ਹੈ। ਤੇ ਮੈਂ ਮੀਡੀਆ ਤੇ ਬੋਲੀ ਆ ਉਹ ਗਾਲ, ਉਹਨਾਂ ਨੇ ਮੈਨੂੰ ਜਿਹੜੀ ਗਾਲ ਬੋਲੀ ਹੈ। ਤੇ ਜਦੋਂ ਮਤਲਬ ਇੱਕ ਦੁੱਖ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਘੇਰਿਆ ਨਾ ਕੱਲੀ ਕੁੜੀ ਨੂੰ, ਚੰਡੀਗੜ੍ਹ ਪ੍ਰਸ਼ਾਸਨ ਦੇ ਪੁਲਿਸ ਵਾਲੇ ਖੜੇ ਦੇਖ ਰਹੇ ਆ, ਉਹਨਾਂ ਨੇ ਉਹਨਾਂ ਨੂੰ ਰੋਕਿਆ ਨਹੀਂ। ਦੇਖੋ ਕਿੱਡੀ ਘਟੀਆ ਗੱਲ ਆ। ਮੇਰੇ ਖਿਆਲ ਦੇ ਵਿੱਚ ਜੇ ਪੁਲਿਸ ਦੀ ਥਾਂ ਤੇ ਤੁਸੀਂ ਹੁੰਦੇ ਨਾ, ਇੱਕ ਆਮ ਨਾਗਰਿਕ, ਤਾਂ ਉਹ ਇਹ ਦੇਖਦਾ ਕਿ ਯਾਰ ਮੁੰਡੇ ਕੁੜੀ ਨੂੰ ਘੇਰੀ ਖੜੇ ਆ ਬੰਦੇ, ਅਸੀਂ ਕੁੜੀ ਨੂੰ ਬਚਾਈਏ। ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੱਲ ਇਸ ਚੀਜ਼ ਦਾ ਗੁਨਾਹਗਾਰ ਆ ਜੋ ਮੇਰੇ ਨਾਲ ਹੋਇਆ। ਇਹ ਸਾਰੇ ਲੋਕ ਬੀਜੇਪੀ ਪਾਰਟੀ ਦੇ ਨਾਲ ਸੰਬੰਧਿਤ ਸੀ? ਬਿਲਕੁਲ ਬੀਜੇਪੀ ਦੇ ਆਰਐਸਐਸ ਦੇ ਬੰਦੇ ਸੀ ਉਹ, ਔਰ ਉਹਨਾਂ ਨੇ ਆਪਦੇ ਗੁੰਡਾਗਰਦੀ ਹੋਣ ਦਾ ਸਬੂਤ ਕੱਲ ਸਾਰੇ ਵਰਲਡ ਨੂੰ ਪਤਾ ਲੱਗ ਗਿਆ, ਸਾਹਮਣੇ ਆ ਗਿਆ। ਤਾਂ ਜਿਹੜੇ ਸਰਦਾਰ ਦੀ ਤੁਸੀਂ ਗੱਲ ਕੀਤੀ ਹੈ, ਮੈਨੂੰ ਲੱਗਦਾ ਹੈ ਕਿ ਸਿਰਫ ਭੇਖੀ ਹੋ ਸਕਦਾ ਕੋਈ ਇਨਸਾਨ ਜਿਹੜਾ ਅਜਿਹੀ ਹਰਕਤ ਕਰੇ। ਗੁਰੂ ਦੀ ਜਿਹੜੀ ਬਖਸ਼ੀ ਹੋਈ ਦਸਤਾਰ ਆ ਉਹਨੂੰ ਸਜਾ ਕੇ ਕਿਸੇ ਧੀ ਭੈਣ ਦੇ ਨਾਲ ਇਦਾਂ ਕਰਨਾ ਹੈ ਨਾ। ਗੁਰਬਾਣੀ ਦੀ ਜਿਹੜੀਆਂ ਪਵਿੱਤਰ ਤੁਕਾਂ ਨੇ ਜਾਂ ਜੋ ਗੁਰਬਾਣੀ ਸਾਨੂੰ ਸਾਡੇ ਗੁਰੂਆਂ ਨੇ ਸਿੱਖਿਆ ਦਿੱਤੀ ਹੈ, ਉਹਨਾਂ ਉੱਤੇ ਨਾ ਚੱਲ ਕੇ ਤਾਂ ਕੋਈ ਭੇਖੀ ਹੋ ਸਕਦਾ? ਬਿਲਕੁਲ ਭੇਖੀ ਹੀ ਹੋ ਸਕਦੇ ਆ। ਮੇਰੇ ਬੇਟਾ ਦਸਤਾਰ ਬੰਨ੍ਹਦਾ, ਤੇ ਮੇਰੇ ਬੇਟੇ ਦੀ ਦਸਤਾਰ ਨੂੰ ਨਾ ਜੇ ਕਿਤੇ ਮੇਰੇ ਪੈਰਾਂ ਵਾਲੇ ਪਾਸੇ ਪਈ ਆ, ਤੇ ਮੈਂ ਚੱਕ ਕੇ ਜਾਂ ਉਹ ਆਪ ਚੱਕ ਕੇ ਦਸਤਾਰ ਨੂੰ ਉੱਚੇ ਥਾਂ ਤੇ ਰੱਖ ਦਿੰਦਾ। ਜੇ ਮੇਰੀ ਚੁੰਨੀ ਵੀ ਪਈ ਹੈ ਨਾ ਕਿਤੇ ਬੈੱਡ ਦੇ ਉੱਤੇ, ਤੇ ਮੇਰਾ ਬੱਚਾ ਨਾ ਉਹ ਚੁੰਨੀ ਨੂੰ ਚੱਕ ਕੇ ਟੰਗ ਦਿੰਦਾ, ਕਿਉਂਕਿ ਲੋਕ ਚੁੰਨੀਆਂ ਦੀ ਤੇ ਪੱਗਾਂ ਦੀ ਇੱਜ਼ਤ ਕਰਨ ਜਾਣਦੇ ਆ। ਮੇਰੀ ਮਾਂ ਨੇ ਵੀ ਮੈਨੂੰ ਸਿਖਾਇਆ। ਪਰ ਅਰੁਣਦੀਪ ਨੇ ਜਿਹੜੀ ਘਟਨਾ ਕੱਲ ਕੀਤੀ ਆ, ਮੈਂ ਇੱਕ
ਰਾਮਵੀਰ ਭੱਟੀ ਤੇ ਨਿਤਿਨ ਦੇ ਨਾਲੋਂ ਜ਼ਿਆਦਾ ਜਿਹੜਾ ਮੈਨੂੰ ਦੁੱਖ ਹੋਇਆ, ਇੱਕ ਸਰਦਾਰ ਵੀਰ ਨੇ ਆਪਦੀ ਭੈਣ ਦੇ ਨਾਲ ਇਦਾਂ ਦਾ ਕੀਤਾ। ਮੈਨੂੰ ਬਹੁਤ ਦੁੱਖ ਆ ਉਸ ਚੀਜ਼ ਦਾ, ਬਹੁਤ ਜ਼ਿਆਦਾ ਦੁੱਖ ਆ। ਬੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੁਆਰਾ ਮੂਵਮੈਂਟ ਚਲਾਈਆਂ ਜਾਂਦੀਆਂ ਨੇ, ਨੰਨੀ ਸ਼ਾਹ ਦੀ ਮੂਵਮੈਂਟ ਚਲਾਈ ਗਈ ਹੈ, ਤਾਂ ਔਰਤਾਂ ਦੇ ਬੜੇ ਉਪਰਾਲੇ ਨੇ ਜਿਹੜੇ ਪਾਰਟੀਆਂ ਦਾਅਵੇ ਕਰਦੀਆਂ ਨੇ, ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਕਰਦੀਆਂ ਨੇ। ਤਾਂ ਕਿਸੇ ਪਾਰਟੀ ਵੱਲੋਂ ਤੁਹਾਨੂੰ ਮਿਲਿਆ ਗਿਆ ਤੁਹਾਡੇ ਨਾਲ, ਉਹਨਾਂ ਨੇ ਆ ਕੇ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਨਾਲ ਜੋ ਹੋਇਆ ਬਿਲਕੁਲ ਗਲਤ ਹੋਇਆ, ਇਨਸਾਫ ਦਿਵਾਇਆ ਜਾਊਗਾ? ਦੇਖੋ, ਮੈਂ ਸੱਚ ਕਹੂੰਗੀ, ਮੈਂ ਰਾਜਨੀਤਿਕ ਪਾਰਟੀਆਂ ਤੋਂ ਕੋਈ ਉਮੀਦ ਨਹੀਂ ਰੱਖਦੀ, ਕਿਉਂਕਿ ਮੇਰਾ ਕੋਈ ਬੈਕਗ੍ਰਾਉਂਡ ਰਾਜਨੀਤਿਕ ਨਹੀਂ ਆ। ਮੈਂ ਇਹਨਾਂ ਪਾਰਟੀਆਂ, ਅਗਰ ਮੈਨੂੰ ਕੋਈ ਕਾਲ ਕੀਤੀ ਵੀ ਹੋਊਗੀ ਨਾ, ਤਾਂ ਮੈਂ ਉਹਦੇ ਅੱਗੇ ਹੱਥ ਹੀ ਬੰਨੇ ਹੋਣਗੇ ਕਿ ਮੈਨੂੰ ਕਿਸੇ ਦੀ ਇਦਾਂ ਦੇ ਲੋਕਾਂ ਦੀ ਸਪੋਰਟ ਦੀ ਜ਼ਰੂਰਤ ਨਹੀਂ ਜਿਹੜੇ ਕਹਿਣੀ ਤੇ ਕਰਨੀ 'ਚ ਫਰਕ ਰੱਖਦੇ ਆ। ਕਿਉਂਕਿ ਬੀਜੇਪੀ ਵੀ ਇੱਕ ਰਾਜਨੀਤਿਕ ਪਾਰਟੀ ਹੈ, ਦੂਜੀਆਂ ਵੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ। ਠੀਕ ਆ, ਅਗਰ ਅੱਜ ਉਹ ਸਪੋਰਟ ਕਰ ਰਹੀਆਂ ਨੇ ਇਸ ਚੀਜ਼ ਤੋਂ ਉੱਪਰ ਉੱਠ ਕੇ ਕਿ ਰਾਜਨੀਤਿਕ ਪਾਰਟੀ ਛੱਡੋ, ਇੱਕ ਔਰਤ ਨਾਲ ਗਲਤ ਹੋਇਆ, ਤਾਂ ਬਹੁਤ ਵਧੀਆ ਗੱਲ ਆ, ਬੋਲਣਾ ਚਾਹੀਦਾ ਸਭ ਨੂੰ। ਕਿਉਂਕਿ ਅੱਜ ਮੇਰੇ ਨਾਲ ਹੋਇਆ, ਕੱਲ ਨੂੰ ਉਹ ਕਿਸੇ ਹੋਰ ਨਾਲ ਵੀ ਹੋ ਸਕਦਾ। ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਈ ਹੋਊਗੀ, ਕਿਉਂਕਿ ਕਿਸਾਨ ਆਗੂਆਂ ਨੇ ਕਾਲ ਦਿੱਤੀ ਹੋਈ ਹੈ ਕਿ ਭਾਰਤ ਦੇ ਵਿੱਚ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਵਿਰੋਧ ਕੀਤਾ ਜਾਵੇ। ਤੁਸੀਂ ਉਹਨਾਂ ਦੇ ਜਿਹੜੇ ਕਾਲ ਦਿੱਤੀ ਹੋਈ ਹੈ ਉਸਦੇ ਅਕੋਰਡਿੰਗ ਹੀ ਜਿਹੜੇ ਸ਼ਾਂਤਮਈ ਪ੍ਰਦਰਸ਼ਨ ਆ ਉਹ ਕਰ ਰਹੇ ਸੀ, ਤਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਈ, ਉਹਨਾਂ ਕੀ ਆਖਿਆ? ਸੰਯੁਕਤ ਮੋਰਚੇ ਦੇ ਸਾਰੇ ਆਗੂਆਂ ਨਾਲ ਗੱਲ ਹੋਈ ਆ, ਸਰਦਾਰ ਡੱਲੇਵਾਲ ਸਾਹਿਬ ਨਾਲ ਗੱਲ ਹੋਈ ਆ, ਗੁਰਨਾਮ ਸਿੰਘ ਚੜੂਨੀ ਜੀ ਦੇ ਨਾਲ ਗੱਲ ਹੋਈ ਆ, ਸਿਰਸਾ ਸਾਹਿਬ ਨਾਲ ਗੱਲ ਹੋਈ ਆ। ਤਾਂ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਪੁੱਤ, ਉਹਨਾਂ ਨੇ ਰਾਜ ਗਿੱਲ ਨੂੰ ਹੱਥ ਨਹੀਂ ਪਾਇਆ, ਉਹਨਾਂ ਨੇ ਇੱਕ ਪੰਜਾਬ, ਹਰਿਆਣੇ, ਚੰਡੀਗੜ੍ਹ ਦੀ ਧੀ ਨੂੰ ਹੱਥ ਪਾਇਆ। ਤੂੰ ਸਭ ਦੀ ਸਾਂਝੀ ਧੀ ਆ, ਅਸੀਂ ਇਨਸਾਫ ਲੈ ਕੇ ਰਵਾਂਗੇ। ਅਸੀਂ ਐਸਐਸਪੀ ਸਾਹਿਬ ਨੂੰ ਵੀ 22 ਤਰੀਕ ਦਾ ਟਾਈਮ ਦੇ ਕੇ ਆਏ ਹਾਂ, ਡੀਐਸਪੀ ਸਾਹਿਬ ਨੂੰ ਵੀ ਸੰਯੁਕਤ ਮੋਰਚੇ ਨੇ ਕਿਹਾ ਕਿ 22 ਤਰੀਕ ਤੱਕ ਦਾ ਟਾਈਮ ਦਿਓ। ਕਿਉਂਕਿ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਆ, ਜਦੋਂ ਅਸੀਂ ਕੁਝ ਗਲਤ ਕਰਦੇ ਆ, ਸਾਨੂੰ 1 ਮਿੰਟ ਲਾਉਂਦੀ ਆ ਚੱਕਣ ਲੱਗਿਆ, ਕਰਦੀ ਹੈ ਨਾ, ਇਹ ਤੁਸੀਂ ਵੀ ਦੇਖਿਆ, ਸਾਨੂੰ ਅਰੈਸਟ ਕਰਨ ਲੱਗਿਆ 1 ਮਿੰਟ ਲਾਉਂਦੀ ਆ। ਤਾਂ ਅੱਜ ਉਹਨਾਂ ਨੂੰ ਗ੍ਰਿਫਤਾਰ ਕਰਨ ਤੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨ ਲਈ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ 3 ਦਿਨਾਂ ਦਾ ਟਾਈਮ ਦਿੱਤਾ, 22 ਤਰੀਕ ਤੱਕ ਦਾ। ਦੇਖੋ, ਆਸ਼ਵਾਸਨ ਦਿੱਤਾ ਉਹਨਾਂ ਨੇ, ਉਹ ਕਿੰਨਾ ਕੁ ਖਰੇ ਉਤਰਦੇ ਉਸ ਗੱਲ ਦੇ ਉੱਤੇ। ਪਰ ਮੈਂ ਤੁਹਾਡੇ ਮੀਡੀਆ ਰਾਹੀਂ ਇੱਕ ਗੱਲ ਜ਼ਰੂਰ ਬੋਲੂੰਗੀ ਕਿ ਅਗਰ ਮੇਰੇ ਨਾਲ ਕੱਲ ਨੂੰ ਕੁਝ ਵੀ ਗਲਤ ਹੁੰਦਾ, ਕਿਸੇ ਵੀ ਤਰ੍ਹਾਂ ਦਾ ਰਸਤੇ 'ਚ ਜਾਂਦੀ ਦੇ, ਜਾਂ ਮੇਰੀ ਫੈਮਿਲੀ ਨਾਲ ਕੁਝ ਵੀ ਗਲਤ ਹੁੰਦਾ, ਤਾਂ ਉਹਦਾ ਜ਼ਿੰਮੇਵਾਰ ਚੰਡੀਗੜ੍ਹ ਪ੍ਰਸ਼ਾਸਨ ਤੇ ਬੀਜੇਪੀ ਸਰਕਾਰ ਦੇ ਨੁਮਾਇੰਦੇ ਹੋਣਗੇ। ਕਿਉਂਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਮੈਂ ਇੱਕ ਆਮ ਕੁੜੀ ਹਾਂ ਔਰ ਮੈਂ ਬਹੁਤ ਵਧੀਆ ਪਰਿਵਾਰ ਦੀ ਧੀ ਹਾਂ, ਜਿੰਦੇ ਕਦੀ ਕਿਸੇ ਨੂੰ ਗਲਤ ਸ਼ਬਦ ਵੀ ਨਹੀਂ ਬੋਲਿਆ। ਅਗਰ ਮੇਰੇ ਨਾਲ ਕੁਝ ਵੀ ਗਲਤ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਬੀਜੇਪੀ ਸਰਕਾਰ ਦੇ ਨੁਮਾਇੰਦੇ ਤੇ ਚੰਡੀਗੜ੍ਹ ਪ੍ਰਸ਼ਾਸਨ ਹੋਊਗਾ। ਔਰਤਾਂ ਦੇ ਵਿਕਾਸ ਲਈ ਤੇ ਸੁਰੱਖਿਆ ਲਈ ਹਰੇਕ ਰਾਜ ਦੇ ਵਿੱਚ ਮਹਿਲਾ ਕਮਿਸ਼ਨਾਂ ਦਾ ਗਠਨ ਕੀਤਾ ਹੋਇਆ, ਤਾਂ ਉਹਨਾਂ ਮਹਿਲਾ ਕਮਿਸ਼ਨਾਂ ਤੋਂ ਕੀ ਉਮੀਦ ਰੱਖਦੇ ਹੋ ਕਿ ਤੁਹਾਡੇ ਹੱਕ ਦੇ ਵਿੱਚ ਆਉਣ, ਤੁਹਾਡੇ ਹੱਕ ਦੇ ਵਿੱਚ ਬੋਲਣ, ਜੋ ਦੋਸ਼ੀ ਆ ਉਹਨਾਂ ਦੇ ਵਿਰੁੱਧ ਕੜੀ ਕਾਰਵਾਈ ਕਰਨ ਵਾਸਤੇ ਸਰਕਾਰ ਉੱਤੇ ਦਬਾਅ ਬਣਾਉਣ? ਮੈਂ ਜ਼ਿਆਦਾ ਤਾਂ ਨਹੀਂ ਕਿਸੇ ਦੀ ਮੂਵਮੈਂਟਸ ਦੇਖੀਆਂ ਨੇ ਵਿਮਨ ਦੇ ਉੱਤੇ ਜਿਹੜੇ ਬਹੁਤ ਮਤਲਬ ਕੰਮ ਕਰ ਰਹੇ, ਪਰ ਮੋਹਾਲੀ ਦੇ ਜਿਹੜੇ ਵਿਮਨ ਸੈੱਲ ਦੇ ਚੇਅਰਮੈਨ ਨੇ ਮਨੀਸ਼ਾ ਗੁਲਾਟੀ ਜੀ, ਮੈਂ ਉਹਨਾਂ ਨੂੰ ਬਹੁਤ ਦੇਖਿਆ ਕਿ ਉਹ ਬੜੇ ਐਕਟਿਵ ਨੇ ਔਰ ਉਹ ਹਰ ਮਸਲੇ ਨੂੰ ਬੜੇ ਸੋਹਣੇ ਤਰੀਕੇ ਨਾਲ ਸੁਲਝਾਉਂਦੇ ਆ। ਮੈਂ ਮਨੀਸ਼ਾ ਗੁਲਾਟੀ ਮੈਮ ਨੂੰ ਇੱਕ ਰਿਕੁਐਸਟ ਕਰੂੰਗੀ ਕਿ ਤੁਸੀਂ ਬੇਸ਼ੱਕ ਚੰਡੀਗੜ੍ਹ ਤੁਹਾਡੇ ਅੰਡਰ ਨਹੀਂ ਆਉਂਦਾ, ਪਰ ਰਾਜਕੌਰ ਗਿੱਲ ਪੰਜਾਬ ਦੀ ਧੀ ਆ, ਤਾਂ ਮੈਂ ਕਹਿੰਦੀ ਹਾਂ ਕਿ ਮਨੀਸ਼ਾ ਮੈਮ ਇਸ ਕੇਸ ਦੇ ਵਿੱਚ ਤੁਸੀਂ ਮੇਰੀ ਹੈਲਪ ਜ਼ਰੂਰ ਕਰੋ। ਮੈਂ ਤੁਹਾਡੇ ਤੋਂ ਉਮੀਦ ਰੱਖਦੀ ਹਾਂ ਕਿ ਤੁਸੀਂ ਇਸ ਧੀ ਨੂੰ ਵੀ ਇਨਸਾਫ ਜ਼ਰੂਰ ਦਿਵਾਓਗੇ, ਜਿਵੇਂ ਤੁਸੀਂ ਦੂਜੀਆਂ ਧੀਆਂ ਬੇਟੀਆਂ ਨੂੰ ਇਨਸਾਫ ਦਿਵਾਇਆ। ਇੱਕ ਇੱਥੇ ਗੱਲਬਾਤ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿ ਮਨੂ ਸਮ੍ਰਿਤੀ ਬਾਰੇ ਅਕਸਰ ਗੱਲਬਾਤ ਕੀਤੀ ਜਾਂਦੀ ਹੈ ਕਿ ਮਨੂ ਸਮ੍ਰਿਤੀ ਵਰਗੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਔਰਤਾਂ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਰੱਖਣ ਵਰਗੀਆਂ ਅਜਿਹੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਹੋਈਆਂ ਨੇ, ਤੇ ਇਹ ਵੀ ਆਖਿਆ ਜਾਂਦਾ ਕਿ ਬੀਜੇਪੀ ਆਰਐਸਐਸ ਉਸ ਤੋਂ ਸਿੱਖਿਆ ਲੈ ਕੇ ਚੱਲਦੀ ਹੈ, ਉਹਦੀ ਸੇਧ ਲੈ ਕੇ ਚੱਲਦੀ ਹੈ। ਤਾਂ ਲੱਗਦਾ ਹੈ ਕਿ ਇਹ ਉਹਦੀ ਹੀ ਸੇਧ ਦਾ ਇੱਕ ਕਾਰਨ ਹੈ, ਵੀ ਉਹਨਾਂ ਦੀ ਸੋਚ ਨੂੰ ਦਰਸਾ ਰਿਹਾ ਕਿ ਉਹ ਅਸਲ ਦੇ ਵਿੱਚ ਔਰਤਾਂ ਪ੍ਰਤੀ ਕੀ ਸੋਚ ਰੱਖਦੇ ਨੇ। ਉਹ ਤਾਂ ਕੱਲ ਸਾਰਿਆਂ ਨੇ ਦੇਖ ਹੀ ਲਿਆ ਕਿ ਉਹ ਔਰਤਾਂ ਪ੍ਰਤੀ ਕੀ ਸੋਚ ਰੱਖਦੇ ਆ, ਕਿਉਂਕਿ ਉਹ ਸੋਚਦੇ ਆ ਕਿ ਅਜੇ ਵੀ ਔਰਤ ਪੈਰ ਦੀ ਜੁੱਤੀ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਉਸ ਮਾਈ ਭਾਗੋ ਦੀਆਂ ਵਾਰਸਾਂ ਤੇ ਉਸ ਦਸਮ ਪਿਤਾ ਦੀ ਔਲਾਦ ਆ ਜਿਹੜੇ ਕਦੀ ਨਾ ਦਬੇ ਆ ਤੇ ਨਾ ਦਬਣਾ। ਬੀਜੇਪੀ ਸਰਕਾਰ ਇਹ ਭੁੱਲ ਜਾਵੇ ਕਿ ਇੱਕ ਕੁੜੀ ਦੀ, ਇੱਕ ਕਿਸਾਨ ਦੀ ਧੀ ਨੂੰ ਆਵਾਜ਼ ਬੰਦ ਕਰ ਲੈਣਗੇ। ਇਹ ਜਿੰਨਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਨਾ, ਜਿਵੇਂ ਕਹਿੰਦੇ ਪਾਣੀ 'ਚ ਫੁੱਟਬਾਲ ਆ ਜਿਹੜਾ ਉੱਪਰ ਉੱਠ ਕੇ ਆ ਜਾਂਦਾ, ਅਸੀਂ ਉੱਦਾਂ ਉੱਠ ਕੇ ਨਿਖਰ ਕੇ ਹੋਰ ਬਾਹਰ ਆਵਾਂਗੇ। ਪਰ ਬੀਜੇਪੀ ਸਰਕਾਰ ਇੱਦਾਂ ਦੀ ਗੁੰਡਾਗਰਦੀ ਬੰਦ ਕਰੇ, ਨਹੀਂ ਤਾਂ ਦਸੰਬਰ ਚੋਣਾਂ ਆਉਣੀਆਂ ਨੇ ਚੰਡੀਗੜ੍ਹ ਦੇ ਵਿੱਚ। ਚੰਡੀਗੜ੍ਹ ਜਦੋਂ ਇਹ ਘਰ ਘਰ ਵੋਟਾਂ ਮੰਗਣ ਜਾਣਗੇ
ਤਾਂ ਲੋਕੀ ਇਹਨਾਂ ਨੂੰ ਇਹੀ ਪੁੱਛਣਗੇ ਕੀ ਗੱਲ ਤੁਹਾਡੇ ਘਰੇ ਧੀਆਂ ਭੈਣਾਂ ਹੈ ਨਹੀਂ, ਤੁਸੀਂ ਕਿਸੇ ਦੀ ਧੀ ਦੇ ਨਾਲ ਏਡੀ ਭੈੜੀ ਬਦਸਲੂਕੀ ਕੀਤੀ ਆ। ਉਹ ਮਤਲਬ ਤੇ ਪ੍ਰਸ਼ਾਸਨ, ਚੰਡੀਗੜ੍ਹ ਪ੍ਰਸ਼ਾਸਨ ਵੀ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਜਲਦੀ ਤੋਂ ਜਲਦੀ ਕਰੇ। ਇੱਕ ਧੀ ਦੀ ਫਰਿਆਦ ਆ ਚੰਡੀਗੜ੍ਹ ਪ੍ਰਸ਼ਾਸਨ, ਸਾਡੇ ਐਸਐਸਪੀ ਸਾਹਿਬ ਦੇ ਅੱਗੇ ਵੀ ਮੇਰੀ, ਕਿ ਭੈਣਾਂ ਧੀਆਂ ਸਭ ਦੇ ਘਰ ਆ। ਜਿੱਥੇ ਮੇਰੀ ਗਲਤੀ ਸੀ ਮੈਂ ਮੰਨੂਗੀ, ਪਰ ਜਿਹੜਾ ਕੱਲ ਹੋਇਆ ਉਹ ਕਿਸੇ ਦੀ ਧੀ ਨਾਲ ਵੀ ਹੋ ਸਕਦਾ। ਅਗਰ ਅੱਜ ਉਹਨਾਂ ਨੂੰ ਜਵਾਬ ਨਾ ਦਿੱਤਾ ਗਿਆ ਤਾਂ ਕੱਲ ਨੂੰ ਉਹਨਾਂ ਦੀ ਗੁੰਡਾਗਰਦੀ ਵਧੂਗੀ, ਘਟਦੀ ਨਹੀਂ। ਤਸਵੀਰ ਦੇ ਵਿੱਚ ਇਹ ਗੱਲ ਕਰਨੀ ਚਾਹਾਂਗੇ ਕਿ ਜਿਨ੍ਹਾਂ ਨੇ ਕਾਰਾ ਕਰਿਆ, ਤੁਹਾਨੂੰ ਲੱਗਦਾ ਹੈ ਕਿ ਆਪਣੀਆਂ ਘਰਾਂ ਦੇ ਵਿੱਚ ਧੀਆਂ ਭੈਣਾਂ ਨਾਲ ਜਾ ਕੇ ਅੱਖਾਂ ਨਾਲ ਅੱਖਾਂ ਮਿਲਾ ਪਾਉਂਦੇ ਹੋਣਗੇ, ਅੱਖਾਂ ਨਾਲ ਅੱਖਾਂ ਮਿਲਾਉਣ ਜੋਗੇ ਰਹਿ ਗਏ ਹੋਣਗੇ? ਮੈਨੂੰ ਐ ਲੱਗਦਾ ਕਿ ਸੱਚੀ ਗੱਲ ਆ, ਕੱਲ ਰਾਮਵੀਰ ਭੱਟੀ ਤੇ ਨਿਤਿਨ ਤੇ ਅਰੁਣਦੀਪ ਦੀ ਘਰ ਵਾਲੀ ਨੇ ਜ਼ਰੂਰ ਕਿਹਾ ਹੋਊਗਾ, ਉਹਨਾਂ ਦੀਆਂ ਭੈਣਾਂ ਨੇ ਜ਼ਰੂਰ ਗੱਲ ਕੀਤੀ ਹੋਊਗੀ ਕਿ ਤੁਹਾਨੂੰ ਐਡਾ ਵੀ ਹੋਸ਼ ਨਹੀਂ ਰਿਹਾ ਕਿ ਤੁਸੀਂ ਇੱਕ ਕੁੜੀ ਨੂੰ ਘੇਰ ਕੇ ਖੜ ਗਏ। ਅਗਰ ਉਹ ਇੱਕ ਔਰਤ ਦੇ ਵਜੂਦ ਨੂੰ ਜਾਣਦੀਆਂ ਨੇ ਤਾਂ, ਔਰ ਮੇਰੇ ਖਿਆਲ ਦੇ ਵਿੱਚ ਔਰਤ ਦਾ ਦੁੱਖ ਸਮਝਦੀ ਆ। ਉਹਨਾਂ ਦੇ ਘਰੋਂ ਉਹਨਾਂ ਨੂੰ ਲਾਹਨਤਾਂ ਜ਼ਰੂਰ ਪਈਆਂ ਹੋਣਗੀਆਂ ਕਿ ਤੁਸੀਂ ਇੱਕ ਬੱਚੀ ਨੂੰ ਘੇਰ ਕੇ ਖੜ ਗਏ, ਕਿ ਉਹ ਇੱਕ ਕਾਲਾ ਝੰਡਾ ਹੀ ਦਿਖਾ ਰਹੀ ਸੀਗੀ, ਇੱਕ ਵਿਰੋਧ ਹੀ ਕਰ ਰਹੀ ਸੀ। ਮੇਰੇ ਬੱਚੇ ਨੇ ਇਹ ਗੱਲ ਕਹੀ ਆ, ਮੇਰੇ ਬੇਟੇ ਨੇ ਮੈਨੂੰ ਘਰੇ ਗਈ ਨੂੰ ਇੱਕ ਗੱਲ ਕਹੀ ਕਿ ਮੰਮਾ ਜੀ ਉਹਨਾਂ ਦੀ ਹਿੰਮਤ ਕਿਵੇਂ ਹੋ ਗਈ ਮੇਰੀ ਮਾਂ ਨੂੰ ਹੱਥ ਲਾਉਣ ਦੀ, ਮੇਰੀ ਮਾਂ ਨੇ ਕੀਤਾ ਕੀ ਸੀ, ਉਹਨਾਂ ਦੀ ਹਿੰਮਤ ਕਿਵੇਂ ਹੋ ਗਈ। ਮੇਰੀ ਮਾਂ ਦਾ ਫੋਨ ਆਇਆ, ਮੇਰੀ ਮਾਂ ਕਹਿੰਦੀ ਕਿ ਮੈਂ ਆਪਦੀ ਬੱਚੀ ਨੂੰ ਅੱਜ ਤੱਕ ਹੱਥ ਨਹੀਂ ਲਾਇਆ, ਔਰ ਉਹਨਾਂ ਬੰਦਿਆਂ ਨੇ ਮੇਰੀ ਬੱਚੀ ਦੇ ਵਾਲਾਂ ਨੂੰ ਹੱਥ ਲਾਇਆ ਜਿਨ੍ਹਾਂ ਨੂੰ ਕਿ ਅਸੀਂ ਹਮੇਸ਼ਾ ਸਮੇਟ ਕੇ ਰੱਖਦੇ ਹਾਂ। ਹਮੇਸ਼ਾ ਇੱਕ ਸਿੱਖਿਆ ਦਿੱਤੀ ਹੈ ਮੇਰੀ ਮਾਂ ਨੇ, ਅਸੀਂ ਕਦੀ ਕਿਸੇ ਨੂੰ ਗਲਤ ਨਹੀਂ ਬੋਲਦੇ, ਹਮੇਸ਼ਾ ਪਿਆਰ ਨਾਲ ਰਹੀਦਾ। ਇਸ ਅੰਦੋਲਨ ਦਾ ਹਿੱਸਾ ਬਣੀ ਹੈ ਮੈਂ ਪਹਿਲੀ ਵਾਰੀ, ਨਹੀਂ ਤਾਂ ਮੈਂ ਆਪਦੇ ਘਰ ਦੇ ਅੰਦਰ ਸੀ। ਗੱਲਬਾਤ ਕੀਤੀ ਜਾਂਦੀ ਹੈ ਤਾਲਿਬਾਨ ਦੀ, ਕਿ ਤਾਲਿਬਾਨ ਦੇ ਵਿੱਚ ਔਰਤਾਂ ਸੁਰੱਖਿਅਤ ਨਹੀਂ, ਪਰ ਪਿੱਛੇ ਜੇ ਤਾਲਿਬਾਨ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ ਤਾਂ ਔਰਤਾਂ ਨੂੰ ਪੂਰੇ ਅਧਿਕਾਰ ਦੇਣੇ ਚਾਹੁੰਦੇ ਹਾਂ ਕਿ ਉਹ ਆਉਣ ਨੌਕਰੀਆਂ ਕਰਨ। ਤਾਂ ਇੱਕ ਪਾਸੇ ਤਾਂ ਭਾਰਤ ਦੇ ਵਿੱਚ ਉਹਨਾਂ ਨੂੰ ਭੰਡਿਆ ਜਾਂਦਾ ਹੈ, ਤੇ ਜਿਹੜੇ ਲੋਕ ਭੰਡਦੇ ਆ ਉਹ ਜਿਹੀਆਂ ਹਰਕਤਾਂ ਕਰਦੇ ਨੇ, ਤੁਹਾਨੂੰ ਲੱਗਦਾ ਨਹੀਂ ਕਿ ਇਹ ਲੋਕ ਤਾਲਿਬਾਨ ਤੋਂ ਵੀ ਖਤਰਨਾਕ ਹੋ ਸਕਦੇ ਨੇ? ਇਹ ਤਾਂ ਤਾਲਿਬਾਨ ਤੋਂ ਖਤਰਨਾਕ ਹੈਗਾ ਹੀ ਆ। ਮੋਦੀ ਸਾਨੂੰ ਅੱਤਵਾਦੀ ਦੱਸਦਾ ਹੈ। ਜਿਹੜੀ ਕੱਲ ਉਹਨਾਂ ਨੇ ਗੁੰਡਾਗਰਦੀ ਕੀਤੀ ਆ, ਮੇਰੇ ਖਿਆਲ 'ਚ ਤਾਲਿਬਾਨ ਨਾਲੋਂ ਵੀ ਜ਼ਿਆਦਾ ਖਤਰਨਾਕ ਸੀ, ਕਿ ਉਹ ਇੱਕ ਕੁੜੀ ਨੂੰ ਘੇਰ ਕੇ ਖੜ ਗਈ। ਉਹ ਤਾਂ ਮੀਡੀਆ ਸੀ, ਜੇ ਕੈਮਰੇ ਦੀ ਅੱਖ ਉਹਨਾਂ ਤੇ ਨਾ ਹੁੰਦੀ ਤਾਂ ਮੇਬੀ ਉਹ ਮੇਰੇ ਨਾਲ ਕੁਝ ਵੀ ਗਲਤ ਕਰ ਸਕਦੇ ਸੀ, ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੀ ਢਾਕਾਂ ਤੇ ਹੱਥ ਰੱਖ ਕੇ ਦੇਖ ਰਿਹਾ ਸੀ ਕਿ ਕੀ ਹੋ ਰਿਹਾ ਕੁੜੀ ਦੇ ਨਾਲ। ਔਰ ਉੱਥੇ ਖੜੇ ਲੋਕ, ਜਿੰਨੀ ਦੁਨੀਆ ਖੜੀ ਸੀ, ਮੈਂ ਬੋਲ ਕੇ ਆਈ ਇਹਨਾਂ ਨੂੰ ਕਿ ਸ਼ਰਮ ਕਰੋ, ਅੱਜ ਰਾਜਗਿੱਲ ਨਾ ਹੋਇਆ, ਕੱਲ ਨੂੰ ਤੁਹਾਡੀਆਂ ਧੀਆਂ ਭੈਣਾਂ ਨਾਲ ਵੀ ਹੋਊਗਾ। ਮੈਂ ਇੱਕ ਪ੍ਰੋਟੈਸਟਰ ਹਾਂ, ਤਾਂ ਕਰਕੇ ਮੇਰੇ ਨਾਲ ਹੋਇਆ, ਪਰ ਕੱਲ ਨੂੰ ਇਹ ਗੁੰਡਿਆਂ ਦਾ ਇੰਨਾ ਜ਼ਿਆਦਾ ਸ਼ੋਰ ਸ਼ਰਾਬਾ ਇਹ ਵਧਾਉਣਗੇ। ਇਹਨਾਂ ਨੂੰ ਅੱਜ ਤੁਸੀਂ ਤਵੱਜੋ ਦਿੱਤੀ ਆ, ਇਹ ਕੱਲ ਨੂੰ ਸਾਡੀਆਂ ਧੀਆਂ ਭੈਣਾਂ ਨੂੰ ਸੜਕਾਂ ਤੋਂ ਹਰੇਕ ਦੇ ਘਰੇ ਪਹੁੰਚੂਗੀ। ਅਗਰ ਉਹਨਾਂ ਨੂੰ ਪ੍ਰਸ਼ਾਸਨ ਨਹੀਂ ਉਹਨਾਂ ਤੇ ਬਣਦੀ ਕਾਰਵਾਈ ਕਰਦਾ ਤਾਂ ਇਹ ਅੱਗ ਪਹੁੰਚੂਗੀ, ਉਹ ਲੋਕਾਂ ਨੂੰ ਹੋਰ ਜ਼ਿਆਦਾ ਹਵਾ ਮਿਲੂਗੀ ਇਸ ਚੀਜ਼ ਦੀ। ਤਾਂ ਗੱਲਬਾਤ ਕੀਤੀ ਹੈ ਰਾਜਕੌਰ ਗਿੱਲ ਜੀ ਦੇ ਨਾਲ, ਜਿਹੜੇ ਵਿਕਟਮ ਨੇ, ਜਿਨ੍ਹਾਂ ਦੇ ਨਾਲ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਕੱਲ। ਤਾਂ ਇੱਥੇ ਇਹ ਗੱਲ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿ ਜਿੱਥੇ ਭਾਰਤ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਦੀ, ਨੰਨ੍ਹੀ ਸ਼ਾਹ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਔਰਤ ਦੀ ਤਰੱਕੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਦੂਜੇ ਪਾਸੇ ਭਾਰਤ ਨੂੰ ਚਲਾਉਣ ਵਾਲੀ ਪਾਰਟੀ ਦੇ ਨਾਲ ਸਮਰਥਨ ਦੇਣ ਵਾਲੇ ਲੋਕਾਂ ਦਾ ਅਜਿਹਾ ਰਵੱਈਆ ਬੜਾ ਸ਼ਰਮਨਾਕ ਹੈ। ਉਹ ਲੋਕ ਜਿਹੜੇ ਕਹਿੰਦੇ ਨੇ ਕਿ ਅਸੀਂ ਭਾਰਤ ਨੂੰ ਇੱਕ ਰਾਸ਼ਟਰ ਬਣਾਉਣ ਜਾ ਰਹੇ ਹਾਂ, ਤੇ ਉਸ ਰਾਸ਼ਟਰ ਦੇ ਵਿੱਚ ਔਰਤਾਂ ਦੀ ਸਥਿਤੀ ਕੀ ਹੋਵੇਗੀ, ਔਰਤਾਂ ਨੂੰ ਕੀ ਅਧਿਕਾਰ ਹੋਣਗੇ। ਤਾਂ ਕੱਲ ਦੀ ਜਿਹੜੀ ਘਟਨਾ ਹੈ ਉਹਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜੋ ਮਨੂ ਸਮਿਰਤੀ ਦੀ ਸੋਚ ਹੈ, ਔਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਣ ਵਾਲੀ, ਇਹ ਲੋਕ ਉਸ ਨੂੰ ਲੈ ਕੇ ਚੱਲ ਰਹੇ ਨੇ। ਜ਼ਰੂਰ ਇਸ ਨੂੰ ਨਕੇਲ ਪਾਉਣ ਦੀ ਬੜੀ ਲੋੜ ਹੈ, ਇੱਥੇ ਇਨਸਾਫ ਦੀ ਬੜੀ ਲੋੜ ਹੈ, ਕਿਉਂਕਿ ਜੇਕਰ ਇੱਥੇ ਇਨਸਾਫ ਨਹੀਂ ਹੁੰਦਾ ਤਾਂ ਅਜਿਹੀਆਂ ਘਟਨਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦੀਆਂ ਨੇ। ਆਖਰ ਅਜਿਹੀਆਂ ਘਟਨਾਵਾਂ ਵਾਸਤੇ ਜ਼ਿੰਮੇਵਾਰ ਕੌਣ ਹੈ? ਕਿਉਂ ਨਹੀਂ ਪ੍ਰਸ਼ਾਸਨ ਨੇ ਕਾਰਵਾਈ ਕੀਤੀ? ਕਿਉਂ ਨਹੀਂ ਪ੍ਰਸ਼ਾਸਨ ਨੇ ਅਜਿਹੀ ਘਟਨਾ ਵੇਲੇ ਮੌਕੇ ਤੇ ਇਸ ਨੂੰ ਸਾਂਭਿਆ? ਜੇਕਰ ਪੱਤਰਕਾਰ ਭਾਈਚਾਰਾ ਵਿੱਚ ਨਾ ਉਤਰਦਾ ਤਾਂ ਕੱਲ ਕੋਈ ਹੋਰ ਵੀ ਵੱਡੀ ਘਟਨਾ ਕੱਲ ਵਾਪਰ ਸਕਦੀ ਸੀ। ਪਰ ਚੰਡੀਗੜ੍ਹ ਪ੍ਰਸ਼ਾਸਨ ਮੂਕ ਦਰਸ਼ਨ ਬਣ ਕੇ ਇਹ ਸਭ ਹੁੰਦਾ ਦੇਖਦਾ ਰਿਹਾ। ਆਖਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਾਰਵਾਈ ਨਾ ਕਰਨ ਦੇ ਆਦੇਸ਼ ਕਿਸ ਨੇ ਦਿੱਤੇ ਹੋਏ ਨੇ? ਆਖਰ ਇਸ ਸਭ ਦੇ ਪਿੱਛੇ ਕੌਣ ਹੈ? ਇਹ ਗੱਲਾਂ ਬਾਤਾਂ ਸਾਹਮਣੇ ਆਉਣੀਆਂ ਬੜੀਆਂ ਜ਼ਰੂਰੀ ਨੇ। ਬਣੇ ਰਹੋ KTV ਚੈਨਲ ਦੇ ਨਾਲ। ਕੈਮਰਾਮੈਨ ਸਹਿਯੋਗੀ ਅਲਜਿੰਦਰ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ, ਚੰਡੀਗੜ੍ਹ ਤੋਂ।